ਹੈਲੋ ਸਟੂਡੈਂਟਸ। ਹਾਂਜੀ ਰਾਜੀ, ਅੱਜ ਦਾ ਜੋ ਆਪਣਾ ਟੌਪਿਕ ਹੈਗਾ ਜਾਵਾ ਵਾਸਤੇ ਕਿਹੜੇ ਹਾਰਡਵੇਅਰਸ ਦੀ ਸੌਫਟਵੇਅਰਸ ਦੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਜਾਵਾ ਨਾਲ ਕੰਮ ਕਰਨਾ ਚਾਹੁੰਦੇ। ਜਾਵਾ ਦਾ ਮਤਲਬ ਚਾਹੇ ਤੁਸੀਂ ਨੋਟਪੈਡ 'ਤੇ ਕੰਮ ਕਰਨਾ ਚਾਹੁੰਦੇ ਜਾਂ ਫਿਰ ਇੱਕ ਹੋਰ ਹੁੰਦਾ ਨੈਟਵੀਨਸ ਆਉਂਦਾ ਗਾ ਸਿਸਟਮ ਸੌਫਟਵੇਅਰ, ਜੇ ਤੁਸੀਂ ਉਹਦੇ ਨਾਲ ਵੀ ਕੰਮ ਕਰਨਾ ਚਾਹੁੰਦੇ ਹੋ, ਐਪਲੀਕੇਸ਼ਨ ਡਿਜ਼ਾਈਨ ਕਰਨਾ ਚਾਹੁੰਦੇ ਜਾਵਾ ਦੇ ਵਿੱਚ ਜਾਂ ਪ੍ਰੋਗਰਾਮਸ ਤੁਸੀਂ ਟਾਈਪ ਕਰਨਾ ਚਾਹੁੰਦੇ ਹੋ, ਜਿਹੜੇ ਵੀ ਸੌਫਟਵੇਅਰ 'ਤੇ ਕਰਨਾ ਚਾਹੁੰਦੇ ਹੋ, ਤਾਂ ਉਦੋਂ ਤੁਹਾਨੂੰ ਕਿਹੜੀ ਰਿਕੁਆਇਰਮੈਂਟਸ ਹੁੰਦੀਆਂ ਨੇ ਸਿਸਟਮ ਦੀਆਂ ਉਹਨੂੰ ਰਨ ਕਰਨ ਵਾਸਤੇ। ਤਾਂ ਜਾਵਾ ਇਜ਼ ਕਰੰਟਲੀ ਸਪੋਰਟਡ ਔਨ ਵਿੰਡੋ 95। ਜੇ ਆਪਾਂ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ, ਵਿੰਡੋ 95 ਜਾਂ NT ਜਾਂ ਸਨ ਸੋਲਰੀਜ਼, ਮੈਗਨੀਟੋਸ ਜਾਂ ਫਿਰ ਯੂਨਿਕਸ ਦੀਆਂ ਮਸ਼ੀਨਸ ਹੋ ਗਈਆਂ। ਇਸ ਤੋਂ ਇਲਾਵਾ ਵਿੰਡੋ ਜਿੰਨੀਆਂ ਵੀ ਹੈਗੀਆਂ ਨੇ, ਵਿੰਡੋ 95 ਹੋ ਗਈ, XP ਹੋ ਗਈ ਆ, 7 ਹੋ ਗਈ ਆ, 8 ਹੋ ਗਈ ਆ, 10 ਜੋ ਵੀ ਹੈਗੀ ਆ, ਹਰੇਕ ਤਰ੍ਹਾਂ ਦੀ ਜਿਹੜੀ ਮਤਲਬ ਕਿ ਵਿੰਡੋ ਦੇ ਉੱਪਰ ਆਪਰੇਟਿੰਗ ਸਿਸਟਮ ਦੇ ਉੱਪਰ ਹੈਗੀ ਆ ਰਨ ਹੋ ਸਕਦੀ ਆ ਈਜ਼ਲੀ ਐਪਲੀਕੇਸ਼ਨ ਇਹ that can be implemented on any of above systems. The minimum hardware and software requirement for Windows 95 version. ਵਿੰਡੋ 95 ਦੀ ਗੱਲ ਕਰ ਰਹੇ ਹਾਂ ਆਪਾਂ, ਵਿੰਡੋ 95 ਦੇ ਅਕੋਰਡਿੰਗ ਨਹੀਂ ਕਰਾਂਗੇ। ਜਿਹੜੀ ਹੁਣ ਲੇਟੈਸਟ ਚੱਲੀ ਜਾਂਦੀ ਆ ਉਹ ਆਪਣੀ XP ਆ ਜਾਂ 7 ਆ ਜਾਂ ਫਿਰ ਵਿੰਡੋ 10 ਆ, ਉਹਦੇ ਵਾਸਤੇ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਬਸ ਉਹਦੇ ਅਕੋਰਡਿੰਗ ਹੀ ਹੁੰਦੀ ਆ ਕਿ ਇਹਦੇ ਵਿੱਚ ਕੀ ਹੈ, ਇੱਕ ਸਿਸਟਮ ਚਾਹੀਦਾ ਹੋਊਗਾ ਆਪਾਂ ਨੂੰ। ਜਿਵੇਂ ਹੁਣ ਇਹਦਾ 95 ਦੇ ਅਕੋਰਡਿੰਗ ਦਿੱਤਾ ਹੋਇਆ, ਆਪਾਂ ਨੂੰ ਆਪਰੇਟਿੰਗ ਸਿਸਟਮ ਚਾਹੀਦਾ ਵਿੰਡੋ XP 7 ਜਾਂ ਕੋਈ ਵੀ ਹੋਵੇ, ਠੀਕ ਹੈ। ਮੈਮਰੀ ਚਾਹੀਦੀ ਹੋਊਗੀ, ਵਿੰਡੋ ਕੰਪੈਟੀਬਲ ਸਾਊਂਡ ਕਾਰਡ ਚਾਹੀਦਾ ਹੋਊਗਾ, ਹਾਰਡ ਡਰਾਈਵ ਚਾਹੀਦੀ ਹੁੰਦੀ ਆ, CD ROM ਚਾਹੀਦਾ ਹੁੰਦਾ, ਮਾਈਕਰੋਸੋਫਟ ਦਾ ਕੀ ਹੁੰਦਾ ਇੱਕ ਕੰਪੈਟੀਬਲ ਮਾਊਸ ਵੀ ਚਾਹੀਦਾ ਹੁੰਦਾ। ਬਸ ਇਹ ਚੀਜ਼ਾਂ ਨੇ। IBM ਜਿਹੜਾ ਕੰਪੈਟੀਬਲ 486 ਹੈ, ਕੱਟ ਦਿਓ। ਮਿਨੀਮਮ ਆਫ 8 MB, ਇਹ ਤਾਂ ਹਾਂ ਇਹ ਮੈਮਰੀ ਚਾਹੀਦੀ ਹੁੰਦੀ, ਚਾਹੇ ਜਿਹੜੀ ਮਰਜ਼ੀ ਵਿੰਡੋ ਵਿੱਚ ਕੰਮ ਕਰਦੇ ਹੋਈਏ। ਮੇਨ ਤਾਂ ਆਪਣੇ ਕੋਲ ਆਪਰੇਟਿੰਗ ਸਿਸਟਮ ਹੋਣਾ ਚਾਹੀਦਾ, ਅਤੇ ਜਿਹੜੀ ਜਾਵਾ ਦੇ ਵਿੱਚ ਜਿਹਦੇ ਵਿੱਚ ਵੀ ਤੁਸੀਂ ਐਪਲੀਕੇਸ਼ਨ ਰਨ ਕਰ ਰਹੇ, ਚਾਹੇ ਉਹ ਨੋਟਪੈਡ ਹੋਵੇ, ਚਾਹੇ ਉਹ ਨੈਟਵੀਨਸ ਹੋਵੇ, ਉਹ ਸੌਫਟਵੇਅਰ ਦੀ ਰਿਕੁਆਇਰਮੈਂਟ ਹੁੰਦੀ ਆ। ਨੈਕਸਟ ਹੈਗਾ ਜਾਵਾ ਸਪੋਰਟ ਸਿਸਟਮਸ, ਠੀਕ ਆ। ਇਹ ਨਹੀਂ ਆਪਾਂ ਕਰਨਾ ਕਿਹੜੇ ਸਿਸਟਮਸ ਨੇ ਜਿਹੜੇ ਜਾਵਾ ਨੂੰ ਸਪੋਰਟ ਕਰਦੇ ਆ। ਨੈਕਸਟ ਆਪਾਂ ਜਾਵਾ ਇਨਵਾਇਰਮੈਂਟ ਕਰਨਾ ਕਿ ਜਾਵਾ ਇਨਵਾਇਰਮੈਂਟ ਦੇ ਵਿੱਚ ਕੀ ਹੁੰਦਾ, ਕੀ ਕੁਛ ਆ ਜਾਂਦਾ। ਜਾਵਾ ਇਨਵਾਇਰਮੈਂਟ ਇਨਕਲੂਡ ਏ ਲਾਰਜ ਨੰਬਰ ਆਫ ਡਿਵੈਲਪਮੈਂਟ ਟੂਲਸ ਐਂਡ 100 ਆਫ ਕਲਾਸਿਸ ਐਂਡ ਦਾ ਮੈਥਡਸ। ਇਹਦੇ ਵਿੱਚ ਜਿਹੜੀਆਂ ਐਪਲੀਕੇਸ਼ਨਸ ਨੇ ਜਾਵਾ ਵਿੱਚ ਬਣਦੀਆਂ ਨੇ, ਉਹਨਾਂ ਵਾਸਤੇ ਜਿਹੜੇ ਡਿਵੈਲਪਮੈਂਟ ਟੂਲਸ ਹੁੰਦੇ ਆ ਜਾਂ ਫਿਰ ਜਿਹੜੇ ਕਲਾਸਿਸ ਚਾਹੀਦੀਆਂ ਨੇ ਜਾਂ ਫਿਰ ਮੈਥਡ, ਜਿਵੇਂ ਤੁਸੀਂ C++ ਕੀਤੇ ਸੀਗੇ, ਉਹਨਾਂ ਸਾਰਿਆਂ ਦਾ ਬੰਡਲ ਉਹਨੂੰ ਕੀ ਕਹਿੰਦੇ ਆ ਆਪਾਂ, ਜਾਵਾ ਇਨਵਾਇਰਮੈਂਟ। ਦਾ ਡਿਵੈਲਪਮੈਂਟ ਟੂਲਸ ਆਰ ਪਾਰਟ ਆਫ ਸਿਸਟਮ ਨੋਨ ਐਜ਼ ਜਾਵਾ ਡਿਵੈਲਪਮੈਂਟ ਕਿੱਟ। ਜਿਹੜੇ ਟੂਲਸ ਹੁੰਦੇ ਆ ਉਹਨਾਂ ਨੂੰ ਅਸੀਂ ਜਾਵਾ ਡਿਵੈਲਪਮੈਂਟ ਕਿੱਟ ਬੋਲ ਦਿੰਦੇ ਹਾਂ, JDK। ਧਿਆਨ 'ਚ ਰੱਖਿਓ ਕਿ ਜੇ ਤੁਸੀਂ ਸਿੰਪਲ ਨੋਟਪੈਡ ਦੇ ਉੱਪਰ ਹੀ ਆਪਣੀ ਐਪਲੀਕੇਸ਼ਨਸ ਬਣਾਉਣੀਆਂ ਨੇ ਤਾਂ ਤੁਹਾਨੂੰ ਇੱਕ JDK ਨਾਮ ਦਾ ਸੌਫਟਵੇਅਰ ਹੁੰਦਾ, ਉਹ ਇੰਸਟਾਲ ਕਰਨਾ ਪਏਗਾ PC ਦੇ ਵਿੱਚ। JDK ਇੱਕ ਪੂਰੀ ਬੰਡਲ ਹੀ ਹੁੰਦਾ, ਜਾਵਾ ਡਿਵੈਲਪਮੈਂਟ ਕਿੱਟ ਹੁੰਦੀ ਹੈ। ਇਹਦੇ ਵਿੱਚ ਸਾਰੇ ਮੈਥਡਸ ਜੋ ਵੀ ਕਲਾਸਿਸ ਹੁੰਦੀਆਂ ਉਹਨਾਂ ਦਾ ਇਹ ਬੰਡਲ ਹੁੰਦਾ। ਐਂਡ ਦਾ ਕਲਾਸਿਸ ਐਂਡ ਮੈਥਡਸ ਆਰ ਪਾਰਟ ਆਫ ਜਾਵਾ ਸਟੈਂਡਰਡ ਲਾਇਬ੍ਰੇਰੀ। ਜਿਹੜੀਆਂ ਇਹਦੀ ਕਲਾਸਿਸ ਦੇ ਮੈਥਡਸ ਹੁੰਦੇ ਆ ਉਹ ਜਿਹੜੀ ਲਾਇਬ੍ਰੇਰੀ ਨੂੰ ਬਿਲੋਂਗ ਕਰਦੀਆਂ ਨੇ, ਉਹਨਾਂ ਨੂੰ ਕੀ, ਉਸ ਲਾਇਬ੍ਰੇਰੀ ਦਾ ਨਾਮ ਕੀ ਹੈਗਾ, ਜਾਵਾ ਸਟੈਂਡਰਡ ਲਾਇਬ੍ਰੇਰੀ ਹੁੰਦਾ। ਆਲਸੋ ਨੋਨ ਐਜ਼ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ ਵੀ ਬੋਲ ਦਿੰਦੇ ਹਾਂ, ਅਸੀਂ API ਵੀ ਬੋਲ ਦਿੰਦੇ ਹਾਂ। ਜਾਵਾ ਡਿਵੈਲਪਮੈਂਟ ਕਿੱਟ ਵਿੱਚ ਕੀ ਕੁਛ ਆ ਜਾਂਦਾ, ਕਲੈਕਸ਼ਨ ਆਫ ਟੂਲਸ ਡੈਟ ਆਰ ਯੂਜ਼ਡ ਫॉर ਡਿਵੈਲਪਿੰਗ ਐਂਡ ਰਨਿੰਗ ਜਾਵਾ ਪ੍ਰੋਗਰਾਮਸ। ਕਿਹੜੇ ਹੁੰਦੇ, ਜਿਵੇਂ ਕਿ ਐਪਲੇਟ ਵਿਊਅਰ ਹੁੰਦੇ ਆ, ਵਿਊਇੰਗ ਜਾਵਾ ਐਪਲੇਟਸ। ਇਹ ਮਤਲਬ ਜਿਹੜੀ ਐਪਲੇਟਸ ਨੇ ਇਹ ਇੱਕ ਇੰਟਰਨੈੱਟ ਦਾ ਇੱਕ ਟਰਮ ਆ ਜਿਹੜੀ ਕਿ ਜਾਵਾ ਦੇ ਵਿੱਚ ਡਿਵੈਲਪ ਕੀਤੀ ਜਾਂਦੀ ਹੈ। ਇਸ ਕਰਕੇ ਐਪਲੇਟ ਵਿਊਅਰ ਬਾਅਦ 'ਚ ਐਂਡ ਦੇ ਸਿਲੇਬਸ ਹੋਏਗਾ ਕਿ ਉਹਨਾਂ ਨੂੰ ਜੇ ਰਨ ਕਰਨਾ ਤੁਸੀਂ ਉਹਦੇ ਰਿਗਾਰਡਿੰਗ ਵੀ ਪੈਕੇਜ ਆਉਂਦਾ ਗਾ। ਜਾਵਾ ਜਾਵਾ ਦਾ ਕੰਪਾਈਲਰ ਆ ਜਾਂਦਾ, ਇਹਦੇ ਵਿੱਚ ਜਾਵਾ ਦਾ ਇੰਟਰਪ੍ਰੈਟਰ ਆ ਜਾਂਦਾ, ਜਾਵਾ ਦਾ ਡਿਸਅਸੈਂਬਲਰ ਆ ਜਾਂਦਾ, ਜਾਵਾ ਦੀਆਂ ਹੈਡਰ ਫਾਈਲਸ ਆ ਜਾਂਦੀਆਂ ਨੇ, ਜਾਵਾ ਦੇ ਜਿਹੜੇ ਹੁੰਦੇ ਆ ਜਾਵਾ ਡਾਕ ਫॉर ਕ੍ਰੀਏਟਿੰਗ HTML ਡਾਕੂਮੈਂਟਸ। ਜੇ ਤੁਸੀਂ ਕ੍ਰੀਏਟ ਕਰਨਾ ਚਾਹੁੰਦੇ ਜਾਵਾ ਦੇ ਵਿੱਚ, ਠੀਕ ਆ, ਉਹ ਵਾਸਤੇ ਵੀ ਇੱਕ ਜਾਵਾ ਡਾਕ ਵੀ ਇਸ ਬੰਡਲ ਦੇ ਵਿੱਚ ਹੀ ਪ੍ਰੋਵਾਈਡ ਹੁੰਦਾ। ਜਾਵਾ JDB ਮਤਲਬ ਡਿਬੱਗਰ ਮਤਲਬ ਕਿ ਜੋ ਐਰਰਸ ਵਗੈਰਾ ਫਾਊਂਡਡ ਕਰਦੇ ਆ ਸੌਫਟਵੇਅਰਸ, ਉਹ ਹੁੰਦੇ ਆ। ਉਹ ਇਹਨਾਂ ਸਾਰਿਆਂ ਦਾ ਬੰਡਲ JDK ਕਹਿਲਾਉਂਦਾ। JDK ਦਾ ਇੱਕ ਪ੍ਰੋਪਰ ਹੀ ਅਸੀਂ ਪੈਕੇਜ ਹੁੰਦਾ ਜਿਹੜਾ ਕਿ ਸਾਨੂੰ ਆਪਦੇ PC ਵਿੱਚ ਇੰਸਟਾਲ ਕਰਨਾ ਪੈਂਦਾ। ਤਾਂ ਐਪਲੇਟਸ ਕੀ ਹੁੰਦੇ ਆ, ਇਹਦੇ ਵਿੱਚ ਸਭ ਤੋਂ ਪਹਿਲਾਂ ਟੂਲ ਕਰਦੇ ਐਪਲੇਟ ਵਿਊਅਰ ਇਨੇਬਲ ਅਸ ਟੂ ਜਾਵਾ ਐਪਲੇਟਸ। ਜਿਹੜੀ ਜਾਵਾ ਐਪਲੇਟਸ ਹੁੰਦੇ ਨੇ ਜਿਹੜੀ ਕਿ ਵਿਦਾਊਟ ਐਕਚੁਅਲੀ ਯੂਜ਼ਿੰਗ ਜਾਵਾ ਕੰਪੈਟੀਬਲ ਬਰਾਊਜ਼ਰ, ਜਿਹੜੀ ਕਿ ਆਪਾਂ ਨੂੰ ਜਾਵਾ ਕੰਪੈਟੀਬਲ ਬਰਾਊਜ਼ਰ ਦੇ ਉੱਪਰ ਹੀ ਰਨ ਹੁੰਦੀਆਂ ਨੇ। ਮਤਲਬ ਜਾਵਾ ਐਪਲੇਟਸ ਹੁੰਦੀਆਂ ਨੇ ਇੰਟਰਨੈਟ ਦੇ ਉੱਪਰ ਜਿਹੜੀਆਂ ਚੱਲਣ ਵਾਲੀਆਂ ਐਪਲੀਕੇਸ਼ਨਸ, ਜਿਹੜੀਆਂ ਕਿ ਵਿਦਾਊਟ ਜਿਹੜੇ ਦੂਸਰੇ ਬਰਾਊਜ਼ਰ ਹੁੰਦੇ ਆ ਉਹਨਾਂ ਦੇ ਉੱਪਰ ਰਨ ਨਹੀਂ ਹੁੰਦੀਆਂ, ਸਿਰਫ ਅਤੇ ਸਿਰਫ ਇਸੇ ਦੇ ਹੀ ਜਾਵਾ ਕੰਪੈਟੀਬਲ ਬਰਾਊਜ਼ਰ ਦੇ ਉੱਪਰ ਹੀ ਰਨ ਹੁੰਦੀਆਂ ਨੇ। ਜਾਵਾ ਇੰਟਰਪ੍ਰੈਟਰ ਕੀ ਹੁੰਦਾ ਕਿ ਜਿਹੜਾ ਵਿੱਚ ਰਨ ਐਪਲੇਟਸ ਐਂਡ ਐਪਲੀਕੇਸ਼ਨ ਬਾਈ ਰੀਡਿੰਗ ਐਂਡ ਇੰਟਰਪ੍ਰੈਟਿੰਗ ਬਾਈਟ ਕੋਡ ਫਾਈਲਸ। ਜਿਹੜਾ ਕਿ ਜਿਹਦਾ ਕੰਮ ਕੀ ਹੋਏਗਾ, ਐਪਲੀਕੇਸ਼ਨ ਪ੍ਰੋਗਰਾਮਸ ਨੂੰ ਬਾਈਟ ਕੋਡ ਵਿੱਚ ਕਨਵਰਟ ਕਰਨ ਦਾ, ਉਹ ਹੋਏਗਾ ਜਾਵਾ ਇੰਟਰਪ੍ਰੈਟਰ।
ਅੱਗੇ ਹੈ ਜਾਵਾ ਕੰਪਾਈਲਰ, ਇਹਦਾ ਕੰਮ ਹੁੰਦਾ ਸੋਰਸ ਕੋਡ ਨੂੰ ਬਾਈਟ ਕੋਡ ਕਨਵਰਟ ਕਰਨਾ, ਦੈਨ ਇੰਟਰਪ੍ਰੈਟ ਫਾਈਲਸ ਡੈਟ ਦਾ ਇੰਟਰਪ੍ਰੈਟਰ ਕੈਨ ਅੰਡਰਸਟੈਂਡ। ਜਾਵਾ ਕੰਪਾਈਲਰ ਦਾ ਕੰਮ ਹੁੰਦਾ ਕਿ ਜਿਹੜੇ ਜਾਵਾ ਦਾ ਸੋਰਸ ਕੋਡ ਆ ਜਿਵੇਂ ਕਿ ਪ੍ਰੋਗਰਾਮ ਆ ਉਹਨੂੰ ਅੱਗੇ ਬਾਈਟ ਕੋਡ 'ਚ ਕਨਵਰਟ ਕਰਨਾ। ਅੱਗੇ ਹੈ ਜਾਵਾ ਡੌਕ ਕ੍ਰੀਏਟਸ HTML ਫਾਰਮੈਟ ਡਾਕੂਮੈਂਟੇਸ਼ਨ ਫਰੋਮ ਜਾਵਾ ਸੋਰਸ ਕੋਡ ਫਾਈਲਸ। ਜਿਹੜੀਆਂ ਇਸ ਜਾਵਾ ਸੋਰਸ ਕੋਡ ਸੋਰਸ ਫਾਈਲਸ ਹੁੰਦੀਆਂ ਨੇ ਉਹਨਾਂ ਤੋਂ HTML ਫਾਰਮੈਟ ਦੇ ਵਿੱਚ ਡਾਕੂਮੈਂਟੇਸ਼ਨਸ ਕ੍ਰੀਏਟ ਕਰਨੇ, ਉਹ ਹੁੰਦੇ ਜਾਵਾ ਡੌਕ। ਜਾਵਾ ਹੈਡਰ ਫਾਈਲਸ ਯੂਜ਼ਡ ਫॉर ਨੇਟਿਵ ਮੈਥਡਸ, ਜਿਹੜੇ ਆਪਾਂ ਮੈਥਡ ਯੂਜ਼ ਕਰਾਂਗੇ ਜਿਵੇਂ ਕਿ ਸੀ ਦੇ ਵਿੱਚ ਆਪਾਂ ਕਰਦੇ ਹੁੰਦੇ ਸੀਗੇ ਹੈਡਰ ਫਾਈਲਸ, ਜਿਵੇਂ printf scanf ਚੱਲਦੀ ਸੀ, ਜਾਂ ਗੈਚ ਨਾਮ ਦੇ ਫੰਕਸ਼ਨ ਮੈਥਡ ਵੀ ਆਪਾਂ ਬੋਲ ਦਿੰਦੇ ਹਾਂ, ਉਹ ਫੇਰ ਹੀ ਵਰਕ ਕਰਦੇ ਸੀ ਜੇ ਹੈਡਰ ਫਾਈਲਸ ਹੁੰਦੀਆਂ ਸੀ। ਇਹਦੇ ਵਿੱਚ ਵੀ ਜੇ ਤੁਸੀਂ ਮੈਥਡਸ ਲਗਾਉਣਾ ਚਾਹੁੰਦੇ ਹੋ ਤਾਂ ਉਹਦੇ ਨਾਲ ਜਿਹੜੀਆਂ ਰਿਲੇਟਡ ਹੁੰਦੀਆਂ ਨੇ ਹੈਡਰ ਫਾਈਲਸ ਉਹ ਇਨਕਲੂਡ ਕਰਨੀਆਂ ਪੈਣਗੀਆਂ। ਜਾਵਾ ਪੀ ਦਾ ਮਤਲਬ ਹੁੰਦਾ ਡਿਸਅਸੈਂਬਲਰ ਵਿਚ ਇਨੇਬਲ ਅਸ ਟੂ ਕਨਵਰਟ ਵਾਈਟ ਕੋਡ ਫਾਈਲਸ ਇਨਟੂ ਏ ਪ੍ਰੋਗਰਾਮ ਡਿਸਕ੍ਰਿਪਸ਼ਨ। ਅੱਗੇ ਜਿਹੜੀਆਂ ਕਿ ਵਾਈਟ ਕੋਡਸ ਕਨਵਰਟ ਹੋਣ ਤੋਂ ਬਾਅਦ ਅੱਗੇ ਪ੍ਰੋਗਰਾਮ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀਆਂ ਕਿ ਇਹਨੂੰ ਕਨਵਰਟ ਕਰਦੀਆਂ ਨੇ, ਪ੍ਰੋਗਰਾਮ ਡਿਸਕ੍ਰਿਪਸ਼ਨ ਜਿੱਥੋਂ ਅਸਲ ਦੇ ਵਿੱਚ ਪ੍ਰੋਗਰਾਮ ਐਗਜ਼ੀਕਿਊਟ ਹੁੰਦਾ ਉਸ ਫਾਰਮ ਦੇ ਵਿੱਚ EXE ਫਾਰਮ ਦੇ ਵਿੱਚ ਕਨਵਰਟ ਕਰਦੀਆਂ ਨੇ, ਉਹਨੂੰ ਜਾਵਾ ਡਿਸਅਸੈਂਬਲਰ ਬੋਲਦੇ। JDB ਜਾਵਾ ਡਿਬੱਗਰ, ਜਿਹਦਾ ਕੰਮ ਹੁੰਦਾ ਫਾਈਂਡ ਦਾ ਐਰਰਸ ਇਨ ਆਰ ਪ੍ਰੋਗਰਾਮ ਦੇ ਵਿੱਚ, ਜਿਹੜਾ ਕੰਮ ਕਰਦਾ ਗਾ ਪ੍ਰੋਗਰਾਮ ਦੇ ਵਿੱਚ ਐਰਰਸ ਫਾਈਂਡ ਆਊਟ ਕਰਨ ਦਾ। ਨੈਕਸਟ ਹੈਗਾ ਜੀ ਐਪਲੀਕੇਸ਼ਨ ਪ੍ਰੋਗਰਾਮ ਇੰਟਰਫੇਸ। ਇਹਦੇ ਵਿੱਚ ਕੀ ਹੁੰਦਾ, ਜਾਵਾ ਜਿਹੜੀ ਸਟੈਂਡਰਡ ਲਾਇਬ੍ਰੇਰੀ ਹੁੰਦੀ ਆ ਉਹਨੂੰ API ਵੀ ਬੋਲਦੇ ਆ। ਇਨਕਲੂਡ ਆਫ ਹੰਡਰਡਸ ਆਫ ਕਲਾਸਿਸ ਐਂਡ ਮੈਥਡਸ ਗਰੁੱਪਡ ਇਨਟੂ ਸੈਵਰਲ ਫੰਕਸ਼ਨਲ ਪੈਕੇਜ, ਜਿਹਦੇ ਵਿੱਚ ਕੀ ਹੁੰਦਾ ਹੈਗਾ ਬਹੁਤ ਸਾਰੀਆਂ ਕਲਾਸਿਸ ਅਤੇ ਮੈਥਡਸ ਦਾ ਗਰੁੱਪ ਹੋਏਗਾ, ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਫੰਕਸ਼ਨਲ ਪੈਕੇਜ ਬੋਲ ਦਿੰਦੇ ਹਾਂ। ਮੋਸਟ ਕਾਮਨਲੀ ਯੂਜ਼ਡ ਪੈਕੇਜਸ ਆਰ, ਇਹ 'ਚ ਅੱਗੇ ਪੈਕੇਜਸ ਬਣੇ ਹੁੰਦੇ ਆ API ਦੇ ਵਿੱਚ। ਪੈਕੇਜਸ ਗਾਹਾਂ ਅੱਗੇ ਕਲਾਸਿਸ ਅਤੇ ਮੈਥਡਸ ਦਾ ਕੰਬੀਨੇਸ਼ਨ ਹੁੰਦੇ ਆ। ਪੈਕੇਜਸ ਸਾਨੂੰ ਕੀ ਹੁੰਦਾ ਮਤਲਬ ਕਿ ਇੰਸਟਾਲ ਕਰਨਾ ਪੈਂਦਾ ਡਿਊਰਿੰਗ ਦਾ ਐਪਲੀਕੇਸ਼ਨ ਡਿਜ਼ਾਈਨਿੰਗ ਦੇ ਟਾਈਮ। ਜਦੋਂ ਤੁਸੀਂ ਕੋਈ ਐਪਲੀਕੇਸ਼ਨ ਬਣਾ ਰਹੇ ਹੋ ਜਾਂ ਫਿਰ ਪ੍ਰੋਗਰਾਮ ਬਣਾ ਰਹੇ ਹੋ ਤਾਂ ਪੈਕੇਜ ਉਹਨੂੰ ਇੰਸਟਾਲ ਕਰਨੇ ਪੈਂਦੇ ਆ ਐਪਲੀਕੇਸ਼ਨ ਦੇ ਵਿੱਚ। ਕਿਹੜੇ ਕਿਹੜੇ ਪੈਕੇਜ ਹੁੰਦੇ ਆ, ਇੱਕ ਤਾਂ ਲੈਂਗੁਏਜ ਸਪੋਰਟ ਪੈਕੇਜ ਹੁੰਦੇ ਆ, ਕਲੈਕਸ਼ਨ ਆਫ ਕਲਾਸਿਸ ਐਂਡ ਮੈਥਡ ਰਿਕੁਆਇਰਡ ਫॉर ਇੰਪਲੀਮੈਂਟਿੰਗ ਬੇਸਿਕ ਫੀਚਰਸ ਆਫ ਡਾਟਾ, ਜਿਨ੍ਹਾਂ ਦਾ ਕੰਮ ਕੀ ਹੁੰਦਾ ਜਿਹੜੇ ਬੇਸਿਕ ਫੀਚਰਸ ਹੁੰਦੇ ਜਾਵਾ ਦੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੇ ਲਈ ਜਿਹੜੀ ਕਲਾਸਿਸ ਮੈਥਡਸ ਚਾਹੀਦੀਆਂ ਹੁੰਦੀਆਂ ਨੇ ਉਹ ਲੈਂਗੁਏਜ ਸਪੋਰਟ ਪੈਕੇਜ ਦੇ ਵਿੱਚ ਆਉਂਦੀਆਂ ਨੇ। ਯੂਟਿਲਿਟੀ ਪੈਕੇਜਸ ਦੇ ਵਿੱਚ ਉਹ ਕਲਾਸਿਸ ਆਉਂਦੀਆਂ ਨੇ ਜਿਹੜੀਆਂ ਕਿ ਯੂਟਿਲਿਟੀ ਫੰਕਸ਼ਨ, ਜਿਵੇਂ ਕਿ ਕੋਈ ਡੇਟ ਜਾਂ ਕੋਈ ਟਾਈਮ ਫੰਕਸ਼ਨਸ ਲਿਖਣੇ ਆ ਤੁਸੀਂ ਐਪਲੀਕੇਸ਼ਨ ਦੇ ਵਿੱਚ ਬਣਾਉਣੇ ਆ ਤਾਂ ਉਹਨਾਂ ਨੂੰ ਸਪੋਰਟ ਕਰਦੀਆਂ ਨੇ ਯੂਟਿਲਿਟੀ ਪੈਕੇਜ। ਅੱਗੇ ਹੈ ਕਿਵੇਂ ਅਸੀਂ ਪ੍ਰੋਗਰਾਮ ਕਿਵੇਂ ਬਣਾਉਂਦੇ, ਸਭ ਤੋਂ ਪਹਿਲਾਂ ਸਾਡੇ ਕੋਲ ਜਾਵਾ ਦਾ ਪ੍ਰੋਗਰਾਮ ਬਣਾਉਣ ਦੇ ਲਈ ਕੋਈ ਟੈਕਸਟ ਐਡੀਟਰ ਹੋਣਾ ਚਾਹੀਦਾ। ਟੈਕਸਟ ਐਡੀਟਰ ਮਤਲਬ ਕਿ ਨੋਟਪੈਡ ਹੋ ਸਕਦਾ ਗਾ, ਜਾਂ ਫਿਰ ਤੁਸੀਂ ਕੋਈ ਸੋਫਟਵੇਅਰ ਦੀ ਵੀ ਟੈਕਸਟ ਐਡੀਟਰ ਯੂਜ਼ ਕਰ ਸਕਦੇ ਹੋ ਨੋਟਪੈਡ ਦੇ ਉੱਪਰ, ਜਿਹਦੇ ਉੱਪਰ ਅਸੀਂ ਪ੍ਰੋਗਰਾਮ ਲਿਖਾਂਗੇ। ਜਿਵੇਂ ਹੁਣ ਤੁਸੀਂ ਟਰਬੋ ਸੀ ਦੇ ਵਿੱਚ ਤੁਹਾਨੂੰ ਬਣਾਇਆ ਮਿਲਦਾ ਸੀਗਾ ਉਹ ਐਡੀਟਰ, ਬਟ ਇਹਦੇ ਵਿੱਚ ਤੁਸੀਂ ਤੁਹਾਨੂੰ ਕੋਈ ਨੋਟਪੈਡ ਦੇ ਵਿੱਚ ਹੀ ਤੁਸੀਂ ਟਾਈਪ ਕਰੋਗੇ ਪ੍ਰੋਗਰਾਮ ਨੂੰ। ਫਿਰ ਇਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਗਰਾਮ ਟਾਈਪ ਕਰਦੇ ਹੋ ਉਹਨੂੰ ਟਾਈਪ ਕਰਨ ਤੋਂ ਬਾਅਦ ਜੋ ਪ੍ਰੋਗਰਾਮ ਹੁੰਦਾ ਉਹਨੂੰ ਅਸੀਂ ਜਾਵਾ ਸੋਰਸ ਕੋਡ ਬੋਲ ਦਿੰਦੇ ਹਾਂ। ਜਾਵਾ ਸੋਰਸ ਕੋਡ ਨੂੰ ਕੀ ਕਰਦੇ ਹਾਂ ਅਸੀਂ ਪਹਿਲੇ ਨੰਬਰ ਦੇ ਉੱਪਰ ਕੰਪਾਈਲ ਕਰਦੇ ਹਾਂ, ਜਾਂ ਫਿਰ ਜੇ ਕੋਈ ਇਹਦੇ ਵਿੱਚ HTML ਫਾਈਲਸ ਦੀ ਰਿਕੁਆਇਰਮੈਂਟ ਹੈਗੀ ਹੈ ਐਡ ਕਰਨੀਆਂ ਨੇ ਤਾਂ ਜਾਵਾ ਡੌਕ ਨਾਮ ਜਿਹੜਾ ਆਪਣਾ ਹੈਗਾ ਉਹਦੇ ਨਾਲ ਕੀ HTML ਫਾਈਲਸ ਅਟੈਚ ਕਰਦੇ ਹਾਂ। ਫਿਰ ਜਾਵਾ ਕੰਪਾਈਲ ਹੁੰਦਾ, ਜਾਵਾ ਕੰਪਾਈਲ ਹੋਣ ਤੋਂ ਬਾਅਦ ਜਾਵਾ ਕਲਾਸ ਫਾਈਲ ਦੇ ਵਿੱਚ ਕਨਵਰਟ ਹੁੰਦਾ, ਮੀਨਸ ਜਿਹੜਾ ਵਾਈਟ ਕੋਡ ਹੁੰਦਾ ਉਹ 'ਚ ਕਨਵਰਟ ਹੁੰਦਾ। ਉਹਦੇ ਵਿੱਚ ਅੱਗੇ ਹੈਡਰ ਫਾਈਲਸ ਨੂੰ ਵੀ ਅਟੈਚ ਕੀਤਾ ਜਾਂਦਾ ਜਾਵਾ ਕਲਾਸ ਫਾਈਲ ਦੇ ਵਿੱਚ। ਇਸ ਤੋਂ ਬਾਅਦ ਕੀ ਆਪਣੇ ਕੋਲ ਜਾਵਾ ਇਹ ਕੀ ਹੁੰਦਾ, ਜਿੱਥੇ ਇਕੱਲਾ ਜਾਵਾ ਉਹ ਹੁੰਦਾ ਇੰਟਰਪ੍ਰੈਟਰ ਦਾ ਪ੍ਰੋਗਰਾਮ ਪਹਿਲਾਂ ਬਣ ਕੇ ਸਭ ਤੋਂ ਪਹਿਲਾਂ ਕੰਪਾਈਲ ਹੁੰਦਾ, ਫਿਰ ਉਹ ਇੰਟਰਪ੍ਰੈਟ ਹੁੰਦਾ। ਇੰਟਰਪ੍ਰੈਟ ਕਰਨ ਦੇ ਟਾਈਮ ਉਹ ਜਾਵਾ DB ਮਤਲਬ ਡਿਬੱਗਰ ਦੇ ਨਾਲ ਐਰਰਸ ਵੀ ਫਾਈਂਡ ਆਊਟ ਕਰਦਾ। ਇੰਟਰਪ੍ਰੈਟ ਹੋਣ ਤੋਂ ਬਾਅਦ ਜਿਹੜਾ ਬਾਈਟ ਕੋਡ ਹੁੰਦਾ ਉਹ ਐਗਜ਼ੀਕਿਊਸ਼ਨ ਫਾਈਲ 'ਚ ਕਨਵਰਟ ਹੋ ਕੇ ਜਿਹੜਾ ਜਾਵਾ ਦੀ ਜਿਹੜੀ ਐਪਲੀਕੇਸ਼ਨ ਰਨ ਹੁੰਦੀ ਹੈ ਅਤੇ ਸਾਨੂੰ ਕੀ ਦਿੰਦਾ ਜਾਵਾ ਦੀ ਇੱਕ ਆਊਟਪੁੱਟ ਪ੍ਰੋਵਾਈਡ ਕਰਦਾ। ਤਾਂ ਇਹ ਸੀਗਾ ਫੰਕਸ਼ਨੈਲਿਟੀ ਆਫ API। ਨੈਕਸਟ ਇਨਪੁਟ ਆਊਟਪੁੱਟ ਪੈਕੇਜ ਹੁੰਦੇ ਆ। ਇਹ ਪੈਕੇਜ ਹੁੰਦੇ ਆ, ਇਹਨਾਂ ਵਿੱਚ ਉਹ ਕਲਾਸਿਸ ਹੁੰਦੀਆਂ ਨੇ ਜਿਹੜੀਆਂ ਕਿ ਮੈਨੀਪੂਲੇਸ਼ਨ ਦੇ ਲਈ ਕੰਮ ਆਉਂਦੀਆਂ ਨੇ। ਮੈਨੀਪੂਲੇਸ਼ਨ ਮਤਲਬ ਕੀ ਇਨਪੁਟ ਦੇ ਰਹੇ ਹਾਂ, ਕਿਵੇਂ ਆਊਟਪੁੱਟ ਲੈ ਰਹੇ ਹਾਂ ਪ੍ਰੋਗਰਾਮ ਦੇ ਵਿੱਚ, ਉਹਦੇ ਵਾਸਤੇ ਕੰਮ ਆਉਂਦੀਆਂ ਨੇ। ਨੈਟਵਰਕਿੰਗ ਪੈਕੇਜਸ ਦੇ ਵਿੱਚ ਜਿਹੜੇ ਕਿ ਅਸੀਂ ਦੂਜੇ ਕੰਪਿਊਟਰ ਨਾਲ ਜਦੋਂ ਤੁਸੀਂ ਕਮਿਊਨੀਕੇਟ ਕਰਨਾ ਵਿਦ ਦੀ ਹੈਲਪ ਆਫ ਇੰਟਰਨੈਟ, ਤਾਂ ਉਦੋਂ ਜਿਹੜੇ ਤੁਸੀਂ ਐਪਲੀਕੇਸ਼ਨ ਪ੍ਰੋਗਰਾਮ ਬਣਾਉਂਦੇ ਆ ਉਹਨਾਂ ਚੀਜ਼ਾਂ ਵਾਸਤੇ ਤਾਂ ਉਹਦੇ ਵਿੱਚ ਜਿਹੜੀ ਕਲਾਸਿਸ ਯੂਜ਼ ਹੁੰਦੀਆਂ ਨੇ ਉਹਨਾਂ ਦਾ ਕਲੈਕਸ਼ਨ ਕੀ ਹੁੰਦਾ ਗਾ ਨੈਟਵਰਕਿੰਗ ਪੈਕੇਜ ਦੇ ਵਿੱਚ ਹੁੰਦਾ। AWT ਦਾ ਮਤਲਬ ਹੁੰਦਾ ਐਬਸਟਰੈਕਟ ਵਿੰਡੋ ਟੂਲ ਕਿੱਟ। ਇਹਦਾ ਕੰਮ ਹੁੰਦਾ ਗਾ ਪਲੈਟਫਾਰਮ ਇੰਡੀਪੈਂਡੈਂਟ ਗ੍ਰਾਫਿਕਲ ਯੂਜ਼ਰ ਇੰਟਰਫੇਸ ਬਣਾਉਣਾ, ਮਤਲਬ ਕਿ ਇਹ ਜਿਹੀ ਐਪਲੀਕੇਸ਼ਨਸ ਬਣਾਉਣਾ ਜਿਹਦੇ ਵਿੱਚ ਮਾਊਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੋਵੇ, ਟਾਈਪਿੰਗ ਦੀ ਮਤਲਬ ਕਿ ਟੈਕਸਟ ਬੇਸਡ ਨਾ ਹੋਵੇ, ਮਤਲਬ ਗ੍ਰਾਫਿਕਲ ਬੇਸਡ ਹੋਵੇ, ਜਿਹਦੇ ਵਿੱਚ ਜਿਵੇਂ ਮਾਊਸ ਜਾਂ ਫਿਰ ਕੀਬੋਰਡ ਦੀ ਜ਼ਿਆਦਾ ਹੈਲਪ ਲਈ ਜਾਂਦੀ ਆ, ਉਹੀ ਐਪਲੀਕੇਸ਼ਨ ਕ੍ਰੀਏਟ ਕਰਨੀ ਆ। ਇਹ ਜਿਹੀਆਂ ਐਪਲੀਕੇਸ਼ਨ ਦੇ ਲਈ ਜਦੋਂ ਤੁਹਾਨੂੰ ਕਲਾਸਿਸ ਦੀ ਜਾਂ ਫਿਰ ਜਿੰਨਾ ਮੈਥਡਸ ਦੀ ਲੋੜ ਪੈਂਦੀ ਆ ਉਹ ਤੁਹਾਨੂੰ AWT ਪੈਕੇਜਸ ਦੇ ਵਿੱਚੋਂ ਹੀ ਮਿਲਦੀਆਂ ਨੇ। ਨੈਕਸਟ ਹੈਗਾ ਐਪਲਟ
ਪੈਕੇਜ ਦਿਸ ਇਨਕਲੂਡ ਸੈਟ ਆਫ ਕਲਾਸਿਸ ਡੈਟ ਅਲੋ ਟੂ ਜਾਵਾ ਐਪਲੇਟਸ, ਜਿਹੜੀ ਕਿ ਇੰਟਰਨੈਟ ਦੇ ਉੱਪਰ ਐਪਲੀਕੇਸ਼ਨਸ ਰਨ ਹੁੰਦੀਆਂ ਨੇ, ਉਹਨਾਂ ਨੂੰ ਅਸੀਂ ਜਾਵਾ ਐਪਲੇਟਸ ਬੋਲ ਦਿੰਦੇ ਹਾਂ। ਉਹਨਾਂ ਨੂੰ ਕ੍ਰੀਏਟ ਕਰਨ ਦੇ ਲਈ ਜਿਹੜੀਆਂ ਕਲਾਸਿਸ ਦੀ ਰਿਕੁਆਇਰਮੈਂਟ ਹੁੰਦੀ ਹੈ ਸਾਨੂੰ ਐਪਲੇਟਸ ਜਾਂ ਪੈਕੇਜ ਦੇ ਵਿੱਚ ਹੀ ਮਿਲਦੀਆਂ ਨੇ। ਤਾਂ ਇਹ ਆਪਣਾ ਸੀਗਾ API ਜਿਹੜਾ ਕਿ ਆਪਣਾ ਕੰਪਲੀਟ ਹੋ ਗਿਆ। ਨੈਕਸਟ ਆਪਾਂ ਜੋ ਚੈਪਟਰ ਦੇ ਵਿੱਚ ਰਿਲੇਟਡ ਟੌਪਿਕਸ ਹੋਣਗੇ ਉਹ ਡਿਸਕਸ ਕਰਾਂਗੇ। ਥੈਂਕ ਯੂ ਸੋ ਮਚ।